हाँ जी बेटा जी, गुड आफ्टरनून। बेटे ਆਪਾਂ ਨੇ ਕੱਲ एंडोमेम्ब्रेन सिस्टम शुरू ਕੀਤਾ ਸੀਗਾ। एंडोमेम्ब्रेन सिस्टम ਦੇ ਅੰਦਰ ਆਪਾਂ ਨੇ ਦੋ ਕੰਪਲੀਟ ਕਰ ਲਿਆ ਸੀ ਸਟਰਕਚਰਸ। एंडोमेम्ब्रेन सिस्टम ਜਿਹਦੇ ਅੰਦਰ ਆਪਾਂ ਨੇ ਕਿਹਾ ਸੀਗਾ ਕਿ ਆਪਾਂ GERL, ठीक है, टोटल एंडोमेम्ब्रेन सिस्टम ਦੇ ਅੰਦਰ ਆਪਾਂ ਕੀ ਲੈ ਕੇ ਚੱਲਦੇ ਆ। वी आर इंक्लूडिंग द एंडोप्लाज्मिक रेटिकुलम जो ਆਪਾਂ ਨੇ ਕੱਲ ਕਰ ਲਿਆ ਸੀਗਾ। ਹੋਪ ਸੋ ਤੁਸੀਂ ਸਾਰਿਆਂ ਨੇ ਪੜ੍ਹ ਲਿਆ ਹੋਣਾ ਹੈ। ਗੋਲਜਾਈ ਬॉडी, ठीक है। ਇਸ ਤੋਂ ਬਾਅਦ ਬੇਟੇ ਨੈਕਸਟ ਆਪਣੇ ਕੋਲ ਆ ਜਾਂਦਾ ਹੈ ਲਾਈਸੋਸੋਮਸ जो ਆਪਾਂ ਨੇ ਅੱਜ ਡਿਸਕਸ ਕਰਨਾ ਹੈ। एंड द नेक्स्ट इज वैक्यूल्स, ठीक है। एक दो स्ट्रक्चर्स ਆਪਾਂ ਕੱਲ ਪੜ੍ਹ ਲਿਆ ਸੀਗੀਆਂ एंडोमेम्ब्रेन सिस्टम ਦੇ ਅੰਦਰ। दो स्ट्रक्चर्स ਆਪਾਂ ਅੱਜ ਪੜਾਂਗੇ, ठीक है। ਤਾਂ ਇੱਕ ਵਾਰੀ ਰੀਕੈਪ ਲੈਣੇ ਆ। एंडोप्लाज्मिक रेटिकुलम ਚ ਆਪਾਂ ਨੇ ਕੀ ਕਿਹਾ ਸੀਗਾ ਕਿ ਇੱਕ ਯੂਕੈਰੀਓਟਿਕ ਸੈੱਲ ਦੇ ਨਿਊਕਲੀਅਸ ਤੋਂ ਇੱਕ ਨੈਟਵਰਕ ਲਾਈਕ ਸਟਰਕਚਰ ਸਟਾਰਟ ਹੁੰਦੀ ਹੈ ਜਿਹਨੂੰ ਆਪਾਂ एंडोप्लाज्मिक रेटिकुलम ਕਹਿੰਦੇ ਆ। उस एंडोप्लाज्मिक रेटिकुलम ਦਾ ਜਿਹੜਾ ਹਿੱਸਾ ਨਿਊਕਲੀਅਸ ਦੇ ਕੋਲ ਹੈ ਉਹਦੇ ਉੱਪਰ ਰਾਈਬੋਸੋਮਸ ਪ੍ਰੈਜ਼ੈਂਟ ਹੋਣ ਕਰਕੇ ਉਹਦੀ ਅਪੀਅਰੈਂਸ ਰਫ ਹੁੰਦੀ ਹੈ, ਤਾਂ ਉਹਨੂੰ ਆਪਾਂ RER ਕਹਿੰਦੇ ਆ, ਰਫ एंडोप्लाज्मिक रेटिकुलम। जो अवे है ਉਹਨੂੰ ਆਪਾਂ ਕਹਿੰਦੇ ਆ SER और स्मूथ एंडोप्लाज्मिक रेटिकुलम। जो स्मूथ एंडोप्लाज्मिक रेटिकुलम ਸੀਗਾ ਉਹਦੇ ਤੋਂ ਹੀ ਉਹਦੇ ਲਾਸਟ ਪਾਰਟਸ ਨੇ ਜਿਹੜੇ ਉਹ ਪਿੰਚ ਆਫ ਹੋ ਕੇ ਕੀ ਕ੍ਰੀਏਟ ਕਰ ਦਿੰਦੇ ਸੀਗੇ, ਗੋਲਜੀ ਬॉडी ਕ੍ਰੀਏਟ ਕਰ ਦਿੰਦੇ ਆ। ਤਾਂ ਗੋਲਜੀ ਬॉडी ਦੇ ਅੰਦਰ ਵੀ ਆਪਾਂ ਸੇਮ ਐਵੇਂ ਦੀ ਸਟਰਕਚਰ ਪੜ੍ਹੀ ਕਿ ਕੁਝ ਐਵੇਂ ਦੇ ਟਿਬਿਊਲਸ ਲਾਈਕ ਸਟਰਕਚਰਸ ਨੇ ਜਿਹੜੇ ਉਹ ਪ੍ਰੈਜ਼ੈਂਟ ਨੇ, ਜਿਨ੍ਹਾਂ ਦੀ ਬੈਕ ਹੈ ਜਿਹੜੀ ਉਹ ਕਿਹਦੀ ਤਰਫ ਹੈ, ਉਹ ਐਂਡੋਪਲਾਜ਼ਮਿਕ ਰੈਟੀਕੁਲਮ ਦੀ ਤਰਫ ਹੈ। ਤਾਂ ਇੱਥੋਂ ਦੀ ਜਿਹੜੀਆਂ ਵੈਸਿਕਲਸ ਰਿਲੀਜ਼ ਹੁੰਦੀਆਂ ਨੇ ਉਹਨਾਂ ਚੋਂ ਕੁਝ ਤਾਂ ਸਾਈਟੋਪਲਾਜ਼ਮ ਦੇ ਅੰਦਰ ਚਲੀਆਂ ਜਾਂਦੀਆਂ ਨੇ, ਬਟ ਕੁਝ ਮੋਡੀਫਿਕੇਸ਼ਨਸ ਲਈ ਕਿੱਥੇ ਚਲੇ ਜਾਂਦੇ ਨੇ, ਸਿਸ ਫੇਜ਼ ਆਫ ਗੋਲਜਾਈ ਬॉडी ਦੇ ਅੰਦਰ ਐਂਟਰ ਹੋ ਜਾਂਦੇ ਆ। ਫਿਰ ਗੋਲਜਾਈ ਬॉडी ਦੇ ਅੰਦਰ ਇਹਨਾਂ ਦੀ ਕੀ ਹੁੰਦੀ ਹੈ, ਮੋਡੀਫਿਕੇਸ਼ਨ ਹੁੰਦੀ ਹੈ ਤੇ ਇਹ ਟ੍ਰਾਂਸ ਫੇਜ਼ ਆਫ ਗੋਲਜਾਈ ਬॉडी ਚੋਂ ਵੈਸਿਕਲਸ ਦੀ ਫਾਰਮ ਦੇ ਅੰਦਰ ਦੁਬਾਰਾ ਫੇਰ ਡਿਸਚਾਰਜ ਹੋ ਜਾਂਦੇ ਆ, ਠੀਕ ਹੈ ਜੀ। ਤਾਂ ਇਹ ਆਪਾਂ ਨੇ ਕਿਹਾ ਸੀਗਾ ਕਿ ਇੱਥੋਂ ਦੀ ਕੁਝ ਸਟਰਕਚਰਸ ਨੇ ਜਿਹੜੀਆਂ ਉਹ ਲਾਈਸੋਸੋਮਸ ਤੇ ਵੈਕਿਊਲਸ ਨੇ ਜਿਹੜੇ ਉਹ ਬਣਾ ਦਿੰਦੇ ਨੇ। ਤਾਂ ਲਾਈਸੋਸੋਮਸ ਨੇ ਜਿਹੜੇ ਉਹ ਇਹ ਤਿੰਨੋਂ ਕਨੈਕਟਡ ਕਿਵੇਂ ਨੇ ਕਿ ਨੈਟਵਰਕ ਤੋਂ ਹੀ ਕੀ ਬਣਿਆ, ਗੋਲਜਾਈ ਬॉडी, ਤੇ ਗੋਲਜਾਈ ਬॉडी ਚੋਂ ਪਿੰਚਿੰਗ ਆਫ ਵੈਸਿਕਲਸ ਨੇ ਜਿਹੜੀਆਂ ਉਹ ਕੀ ਬਣਾ ਦੇਣਗੀਆਂ, ਲਾਈਸੋਸੋਮਸ ਬਣਾ ਦੇਣਗੀਆਂ, ਤੇ ਉਹਨਾਂ ਚੋਂ ਹੀ ਕੁਝ ਸਟਰਕਚਰਸ ਨੇ ਜਿਹੜੀਆਂ ਉਹ ਵੈਕਿਊਲਸ ਵੀ ਬਣਾਉਣਗੀਆਂ, ਠੀਕ ਹੈ। ਤਾਂ ਇਹ ਆਪਣੇ ਕੋਲ ਹੋ ਗਿਆ ਕੰਪਲੀਟ GERL ਸਿਸਟਮ ਜਾਂ ਐਂਡੋਮੈਂਬ੍ਰੇਨ ਸਿਸਟਮ ਦੇ ਅੰਦਰ। ਹੁਣ ਆਪਾਂ ਲਾਈਸੋਸੋਮਸ ਨੂੰ ਡਿਟੇਲ ਦੇ ਅੰਦਰ ਦੇਖਦੇ ਹਾਂ एंडोमेम्ब्रेन सिस्टम ਦੇ ਅੰਦਰ। ਕੱਲ ਆਪਾਂ ਨੇ एंडोप्लाज्मिक रेटिकुलम ਦਾ ਕੰਪਲੀਟ ਸਟਰਕਚਰ ਦੇਖ ਲਿਆ ਸੀ, ਫੰਕਸ਼ਨਸ ਦੇਖ ਲਏ ਸੀਗੇ, ਗੋਲਜਾਈ ਬॉडी ਦਾ ਕੰਪਲੀਟ ਸਟਰਕਚਰ ਦੇਖਿਆ, ਉਹਦੇ ਫੰਕਸ਼ਨਸ ਦੇਖੇ, ਠੀਕ ਹੈ। ਅੱਜ ਆਪਾਂ ਉਵੇਂ ਹੀ ਬੇਟੇ ਲਾਈਸੋਸੋਮਸ ਦਾ ਤੇ ਵੈਕਿਊਲਸ ਦਾ ਸਟਰਕਚਰ ਐਂਡ ਉਹਦੇ ਫੰਕਸ਼ਨਸ ਨੇ ਜਿਹੜੇ ਉਹ ਦੇਖਾਂਗੇ। ਹੁਣ ਆਪਣੇ ਕੋਲ ਲਾਈਸੋਸੋਮਸ ਨੇ ਜਿਹੜੇ ਆਪਾਂ ਲਾਈਸੋਸੋਮਸ ਵੀ they are visible with the electron microscope only। ਇਹ ਸਿੰਗਲ ਮੈਂਬ੍ਰੇਨ ਪਤਲੀ ਜੀ ਇਹਨਾਂ ਦੇ ਉੱਪਰ ਸਿੰਗਲ ਮੈਂਬ੍ਰੇਨ ਹੈ ਜਿਹੜੀ ਉਹ ਪ੍ਰੈਜ਼ੈਂਟ ਹੁੰਦੀ ਹੈ, ਬਿਲਕੁਲ ਪਤਲੀ ਮੈਂਬ੍ਰੇਨ ਹੈ। ਉਸ ਮੈਂਬ੍ਰੇਨ ਨੂੰ ਆਪਾਂ ਟੋਨੋਪਲਾਸਟ ਵੀ ਕਹਿ ਦਿੰਦੇ ਹਾਂ, ਠੀਕ ਹੈ। ਉਹ ਦੈਟ ਇਜ਼ ਇਨ ਕੇਸ ਆਫ ਦ ਵੈਕਿਊਲ, ਸੌਰੀ। ਤਾਂ ਆਪਣੇ ਕੋਲ ਆ ਗਿਆ ਵੀ ਹੈਵ ਇਜ਼ ਦ ਵੈਕਿਊਲਸ ਨੇ ਜਿਹੜੇ ਇਹ ਸਿੰਗਲ ਮੈਂਬ੍ਰੇਨਲ ਸਟਰਕਚਰਸ ਨੇ ਜੋ ਕਿ ਇਲੈਕਟ੍ਰੋਨ ਮਾਈਕਰੋਸਕੋਪ ਦੇ ਨਾਲ ਵਿਜ਼ੀਬਲ ਨੇ। ਤਾਂ ਲਾਈਸੋਸੋਮਸ ਕੀ ਨੇ, single membrane bound structures and visible with electron microscope only, ठीक है। single membranal structures, ठीक है। तो ਇਹਦੇ ਅੰਦਰ ਆਪਣੇ ਕੋਲ ਫਸਟ ਟਾਈਮ ਇੱਕ ਬੈਲਜੀਅਨ ਸਾਈਟੋਲੋਜਿਸਟ ਸੀ ਬੇਟੇ, ਕ੍ਰਿਸਚੀਅਨ ਡੀ ਡਿਊਫ in 1955 ਜਿਨੇ ਇਹਨਾਂ ਸਟਰਕਚਰਸ ਨੂੰ ਫਸਟ ਟਾਈਮ ਰਿਕੋਗਨਾਈਜ਼ ਕੀਤਾ ਸੀਗਾ, ਕ੍ਰਿਸਚੀਅਨ ਡੀ, ठीक है। तो अपने को बेल्जियम साइंटिस्ट क्रिश्चियन डी ड्यूफ,
क्रिश्चियन डी ड्यूव in 1955। ਹੁਣ ਇਹਨਾਂ ਦਾ ਨੰਬਰ ਹੈ ਜਿਹੜਾ ਉਹ ਵੀ ਸੈਲ ਟੂ ਸੈਲ ਵੇਰੀਏਬਲ ਹੈ। ਇਹਨਾਂ ਨੂੰ ਸੁਸਾਈਡਲ ਬੈਗਸ ਆਫ ਦਾ ਸੈਲ ਵੀ ਕਹਿੰਦੇ। ਇਹਦੀ ਸੁਸਾਈਡਲ ਬੈਗ ਆਫ ਦਾ ਸੈਲ, ਇਹ ਆਪਾਂ ਕਲਾਸ 9th ਦੇ ਅੰਦਰ ਪੜਿਆ ਹੋਇਆ। ਕਿਉਂ ਕਹਿੰਦੇ? ਲਾਈਸੋਸੋਮ ਦਾ ਐਸਾ ਕੋਈ ਸਟਰਕਚਰ ਨਹੀਂ ਹੈਗਾ। ਆਪਾਂ ਜਦੋਂ ਆ ਮੇਰਾ यूकेरियोटिक ਸੈਲ ਹੈ, मैंने ਇਹਦੇ ਅੰਦਰ ਨਿਊਕਲੀਅਸ ਡਰਾ ਕੀਤਾ, ਸਾਈਟੋਪਲਾਜ਼ਮ ਡਰਾ ਕੀਤਾ, ਆ ਮੇਰਾ ਐਂਡੋਪਲਾਜ਼ਮਿਕ ਰੈਟੀਕੂਲਮ ਹੈ, ਠੀਕ ਹੈ ਜੀ। ਇੱਥੇ ਮੈਂ ਗੋਲਜਾਈ ਬॉडी ਡਰਾ ਕਰਤਾ। ਜਦੋਂ ਮੈਂ ਲਾਈਸੋਸੋਮ ਬਣਾਉਂਗੀ ਤਾਂ ਮੈਂ ਐਵੇਂ ਦੀ ਜ਼ੀਰੋ ਬਣਾ ਕੇ ਉਹਦੇ ਅੰਦਰ ਆ एंजाइम्स शो कर ਦਾਂਗੀ। ਤਾਂ this structure is called as the lysosome, ठीक है। लाइसोसोम सुसाइडल बैग क्यों है? ਇਹਦੇ ਅੰਦਰ ਬਹੁਤ ਸਾਰੇ ਡਾਈਜੈਸਟਿਵ ਐਂਜ਼ਾਈਮਸ ਹੁੰਦੇ ਨੇ, ਯਾਨੀ ਕਿ ਲਾਈਸੋਸੋਮ ਦੇ ਅੰਦਰ ਅਗਰ ਆਪਾਂ ਕਹੀਏ ਤਾਂ ਟੋਟਲ 40 ਐਂਜ਼ਾਈਮਸ ਹੁੰਦੇ ਨੇ ਜੋ ਕਿ ਲਾਈਸੋਸੋਮਸ ਦੇ ਅੰਦਰ ਪ੍ਰੈਜ਼ੈਂਟ। ਬਟ ਹਰ ਲਾਈਸੋਸੋਮ ਦੇ ਅੰਦਰ ਉਹ 40 ਨਹੀਂ ਪ੍ਰੈਜ਼ੈਂਟ ਹੁੰਦੇ। कुछ दे अंदर कोई प्रेजेंट होंगे, कोई 20, कोई 10, कुछ दे अंदर कोई प्रेजेंट होंगे 1, 2, 3, 4 जिन्ने मर्जी, ठीक है। तो उन्हों दा फंक्शन की है कि सेल दे अंदर कोई भी फालतू सबसटेंस आया वो लाइसोसोम अपने अंदर एब्जॉर्ब कर लेंदे हैं। मान लो सपोज कोई लिपिड है, कोई कार्बोहाइड्रेट है, वो लाइसोसोम दे अंदर गया, लाइसोसोम ने उन्होंने डाइजेस्ट किया विद द हेल्प ऑफ दीज एंजाइम्स। ਇਹਨੇ ਕੀ ਕੀਤਾ, ਜੋ ਉਹਦੇ ਚੋਂ ਯੂਜ਼ਫੁਲ ਸਬਸਟੈਂਸਸ ਸੀਗੇ ਉਹ ਤਾਂ ਸੈਲ ਦੇ ਸਾਈਟੋਪਲਾਜ਼ਮ ਚ ਵਾਪਸ ਦੇਤੇ, ਠੀਕ ਹੈ। ਵਾਪਸ ਦੇਣ ਤੋਂ ਬਾਅਦ ਜਿੰਨਾ ਤੱਕ ਇਹ ਸਬਸਟੈਂਸਸ ਨੂੰ ਸਮਾ ਸਕਦਾ ਸੀਗਾ ਸਮਾ ਲਿਆ। ਉਸ ਤੋਂ ਬਾਅਦ ਇਹ ਮੈਂਬ੍ਰੇਨ ਦੇ ਕੋਲ ਜਾ ਕੇ ਬਰਸਟ ਹੋ ਜਾਂਦਾ ਹੈ ਤਾਂ ਕਿ ਜਿਹੜੇ ਉਹ ਅਨਡਾਈਜੈਸਟਡ ਸਬਸਟੈਂਸਸ ਨੇ ਉਹ ਸੈਲ ਦੀ ਬੋਡੀ ਚੋਂ ਬਾਹਰ ਐਕਸਟਰਾ ਸੈਲੂਲਰ ਮੈਟ੍ਰਿਕਸ ਦੇ ਅੰਦਰ आ जाए। दैट इज वाई दे आर कॉल्ड एज द सुसाइडल बैग्स। वो अपने आप ਨੂੰ ਹੀ ਬਰਸਟ ਕਰ ਦਿੰਦੇ ਨੇ। दे आर सुसाइडल बैग्स ऑफ द सेल। मतलब ਇਹਨਾਂ ਦਾ ਫੰਕਸ਼ਨ ਕੀ ਹੈ ਕਿ ਇਹ ਸੈਲ ਦੀ ਕਲੀਨਿੰਗ ਦੇ ਅੰਦਰ ਹੈਲਪ ਕਰ ਰਹੇ ਨੇ, ਠੀਕ ਹੈ। देखो ਇਹਨਾਂ ਦਾ ਇੱਕ ਮੇਨ ਫੰਕਸ਼ਨ ਹੈ ਕਿ ਸੈਲ ਦੇ ਅੰਦਰ ਕੋਈ ਵੀ ਵੇਸਟ ਸਬਸਟੈਂਸਸ ਨੇ ਤਾਂ ਉਹਨਾਂ ਨੂੰ ਐਬਜ਼ੌਰਬ ਕਰਦੇ ਆ। ਕੋਈ ਵੀ ਫालतू ਸਮਾਨ ਹੈ ਉਹਨਾਂ ਨੂੰ ਐਬਜ਼ੌਰਬ ਕੀਤਾ, ਉਹਦੇ ਚੋਂ ਨਿਊਟ੍ਰੀਐਂਟਸ ਸੈਲ ਨੂੰ ਦੇਤੇ, ਫालतू ਸਮਾਨ ਆਪਣੇ ਅੰਦਰ ਰੱਖ ਲਿਆ। ਇਸ ਤੋਂ ਇਲਾਵਾ ਇੱਕ ਆਟੋਫੇਜੀ ਵੀ ਕਰਦੇ। ਆਟੋਫੇਜੀ ਦਾ ਮਤਲਬ ਕੀ ਹੈ? ਜਿਵੇਂ ਸੈਲ ਦੇ ਅੰਦਰ ਕੋਈ ਮਾਈਟੋਕੌਂਡਰੀਆ ਵॉर्न ਆਊਟ ਹੈ, ਪੁਰਾਣਾ ਹੋ ਚੁੱਕਿਆ, ਮਰਨ ਕਿਨਾਰੇ ਹੈ, ਤਾਂ ਇਹ ਆਟੋਫੇਜੀ ਮਤਲਬ ਇਹ ਆਪਣੀਆਂ ਆਰਗੇਨਲ ਸੈਲ ਦੀਆਂ ਜਿਹੜੀਆਂ ਪੁਰਾਣੀਆਂ ਡੈਡ ਆਰਗੇਨਲਸ ਨੇ ਇਹ ਉਹਨਾਂ ਨੂੰ ਵੀ ਖਾ ਜਾਂਦੇ ਹੈ। दैट इज व्हाई दे आल्सो हेल्प इन द ऑटोफेजी ऑफ द सेल। वन ऑफ द वेरी 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 इंपॉर्टेंट फंक्शंस ऑफ द लाइसोसोम्स, ठीक है बेटा जी। तो लाइसोसोम्स दे अंदर अपने कोल की आ गया, फर्स्ट डिस्कवरी होगी। सेकंड ये अपने कोल एनिमल सेल्स ते प्रोटोजोआन्स दे अंदर प्रेजेंट हुंदे ने। प्लांट सेल्स दे अंदर आप लाइसोसोम्स ने जेड़े वो नहीं पढ़ते हैं, ठीक है। प्लांट सेल्स दे अंदर लाइसोसोम्स का प्रेजेंट आप कह सकते हैं इन दी फॉर्म ऑफ कुछ अगर चीज़ों को स्टोर करना है तो उन्होंने आप सफीरोसोम्स, एल्यूरॉन या वैक्यूल्स की फॉर्म के अंदर पढ़ते हैं। डायरेक्ट इन्ने सारे डाइजेस्टिव एंजाइम्स वाले लाइसोसोम्स ने जेड़े वो आप नहीं पढ़ते, ठीक है। तो लाइसोसोम की स्ट्रक्चर है जी आप कोई वो स्ट्रक्चर नहीं है कि जस्ट एक जीरो बनानी है तो जीरो के अंदर नंबर ऑफ हार्मोन्स ने जेड़े वो प्रेजेंट होंगे। ये हार्मोन्स राउंड अबाउट 40 हार्मोन्स ने जो कि डिफरेंट लाइसोसोम्स के अंदर प्रेजेंट होंगे, ठीक है। तो एंजाइम्स केड़े केड़े ने बेटे? उन्हां एंजाइम्स नु आपां एसिड हाइड्रोलेजेस जिहदे अंदर प्रोटीएजेस, लाइपेजेस, न्यूक्लिएजेस, सल्फाटेजेस, एसिड फॉस्फेटेजेस ए वाले एंजाइम्स ने जेड़े ए प्रेजेंट ने ते डिफरेंट सेल्स दे अंदर इन्हां दा नंबर भी वेरीएबल हुंदा है। जिस सेल चों इन्हां नु जिन्ना क्लीनिंग ज्यादा आपां नू चाहिदी है उन्हां दे अंदर इन्हां दा नंबर ज्यादा होगा, ठीक है। तो अपने कोल इन्हां दा नंबर लाइसोसोम्स दा नंबर है जेड़ा ओ सेल टू सेल वेरीएबल हुंदा है। ते लाइसोसोम्स दे अंदर की है, लाइसोसोम्स आर स्फेरिकल बॉडीज ने जिन्हां दा साइज 0.2 to 0.8 माइक्रोमीटर हुंदा है। दिस इज द सिंबल ऑफ माइक्रोमीटर, ठीक है।
ਤਾਂ ਮਾਈਕਰੋਮੀਟਰਸ ਦੇ ਅੰਦਰ ਇਹਨਾਂ ਦਾ ਸਾਈਜ਼ ਹੈ, ਜਿਹਦੇ ਅੰਦਰ ਐਸਿਡ ਹਾਈਡਰੋਲੇਸਿਸ यानी कि 40 तरह ਦੇ एंजाइम्स ने ਜਿਹੜੇ ਉਹ ਲਾਈਸੋਸੋਮਸ ਦੇ ਅੰਦਰ ਹੋ ਸਕਦੇ ਹੈ। ਹੁਣ ਆਪਾਂ ਲਾਈਸੋਸੋਮਸ ਨੇ ਜਿਹੜੇ ਉਹ ਆਪਣੇ ਕੋਲ ਕੀ ਆ ਗਿਆ, ਪੋਲੀਮੋਰਫਿਜ਼ਮ ਸ਼ੋ ਕਰਦੇ ਹੈ। ਪੋਲੀਮੋਰਫਿਜ਼ਮ ਦਾ ਮਤਲਬ ਕੀ ਹੈ ਬੇਟੇ, ਲਾਈਸੋਸੋਮਸ ਦਾ ਨੇਚਰ ਇੱਕ ਸੈੱਲ ਦੇ ਅੰਦਰ ਡਿਫਰੈਂਟ ਟਾਈਮ ਦੇ ਅੰਦਰ ਡਿਫਰੈਂਟ ਹੁੰਦਾ ਹੈ, ਠੀਕ ਹੈ। ਫॉर एग्जांपल ਆਪਾਂ ਕਲੀਅਰ ਕਰਦੇ ਹਾਂ ਕਿਵੇਂ, ਹਾउ ਤਾਂ ਲਾਈਸੋਸੋਮਸ ਨੇ ਜਿਹੜੇ ਉਹ ਆਪਣੇ ਕੋਲ ਕੀ ਹੋਗੇ, ਨੰਬਰ ਆਫ ਆਪਾਂ ਕਹਿ ਸਕਦੇ ਹਾਂ ਕਿ ਲਾਈਸੋਸੋਮਸ ਚੇਂਜ देयर नेचर एट द डिफरेंट टाइम्स इन ए सेल, ठीक है। ਤਾਂ ਆਪਾਂ ਅਗਰ ਸੈਲਸ ਦੇ ਅੰਦਰ ਲਾਈਸੋਸੋਮਸ ਨੂੰ ਦੇਖੀਏ ਤਾਂ ਆਪਣੇ ਕੋਲ ਕੀ ਆ ਗਿਆ, ਵੀ ਹੈਵ ਇਜ਼ प्राइमरी लाइसोसोम, सेकेंडरी लाइसोसोम एंड रेसिडुअल बॉडी, फिर उस तो बाद है ऑटोफेजिक वैक्यूल्स, ठीक है। तो प्राइमरी लाइसोसोम की होता है बेटे, फर्स्ट इज प्राइमरी लाइसोसोम। पहले ਆਪਾਂ ਇੱਕ ਵਾਰੀ ਫੇਰ ਲਾਈਸੋਸੋਮ ਦੇਖਦੇ ਹਾਂ। ਲਾਈਸੋਸੋਮ ਕੀ ਹੈ ਬੇਟੇ, ਸਿੰਗਲ ਮੈਂਬਰੇਨ ਬਾਉਂਡ इलेक्ट्रॉन माइक्रोस्कोपिकली विजिबल स्ट्रक्चर है, जिदे अंदर की प्रेजेंट है एसिड हाइड्रोलेसिस एंजाइम्स प्रेजेंट ने। 40 एंजाइम्स हुंदे ने, हर लाइसोसोम दे अंदर डिफरेंट एंजाइम्स दा सेट है जिहड़ा वो प्रेजेंट हुंदा है। तां इस सेल दे अंदर डिफरेंट सबसटेंसेस नू एब्जॉर्ब करके डाइजेस्ट करदे ने। जिहड़े यूजफुल सबसटेंसेस ने वो सेल नू ही दे दिंदे है, जो अनडाइजेस्टेड सबसटेंसेस ने वो अपने अंदर रख लेंदे हैं। ਜਦੋਂ ਇਹ ਪੂਰੀ ਤਰ੍ਹਾਂ ਆਪਣਾ ਫੰਕਸ਼ਨ ਪਰਫਾਰਮ ਕਰ ਲੈਂਦੇ ਹੈ, ਮਤਲਬ ਅਸੀਂ ਹੁਣ ਫੰਕਸ਼ਨ ਹੋਰ ਨਹੀਂ ਕਰ ਸਕਦੇ, ਉਸ ਤੋਂ ਬਾਅਦ ਇਹ ਮੈਂਬਰੇਨ ਦੇ ਕੋਲ ਜਾ ਕੇ ਬਰਸਟ ਹੋ ਜਾਂਦੇ ਹੈ। ਤਾਂ ਦੈਟ ਇਜ਼ ਵਾਈ ਇਹਨਾਂ ਨੂੰ ਆਪਾਂ ਇਹ ਸੈਲਫ ਲਾਈਸਿਸ ਜਾਂ ਇਹਨੂੰ ਆਪਾਂ ਸੁਸਾਈਡਲ ਬੈਗ ਆਫ ਦਾ ਸੈਲ ਵੀ ਕਹਿੰਦੇ ਆ, ਠੀਕ ਹੈ। ਹੁਣ ਤੱਕ ਆਪਾਂ ਇਹ ਪੜਿਆ। ਫਿਰ ਆਪਾਂ ਨੇ ਕਿਹਾ ਇਹਨਾਂ ਦਾ ਸੈਲ ਟੂ ਸੈਲ ਨੰਬਰ ਹੈ ਜਿਹੜਾ ਉਹ ਵੇਰੀਏਬਲ ਹੈ, ਸਾਈਜ਼ ਹੈ ਜਿਹੜਾ ਉਹ ਵੇਰੀਏਬਲ ਹੈ। ਹੁਣ ਮੈਂ ਜੋ ਪੜਾਉਣ ਜਾ ਰਹੀ ਹਾਂ ਉਹ ਹੈ ਲਾਈਸੋਸੋਮ ਦੀਆਂ ਟਾਈਪਸ ਕਿਵੇਂ ਹੋਈਆਂ। ਇੱਕੋ ਹੀ ਲਾਈਸੋਸੋਮ ਹੈ, ਉਹਦਾ ਆਪਣੀ ਲਾਈਫ ਟਾਈਮ ਦੇ ਅੰਦਰ डिफरेंट नाम है, ठीक है। फॉर एग्जांपल प्राइमरी लाइसोसोम, फिर अपने को सेकेंडरी लाइसोसोम्स, फिर है अपने को थर्ड रेसिडुअल बॉडीज, ठीक है। रेसिडुअल बॉडीज and last we have is the autophagic bodies। तो बेटे प्राइमरी लाइसोसोम्स केड़े हुंदे ने, प्राइमरी लाइसोसोम्स आर व्हाट, प्राइमरी लाइसोसोम्स है बेटे आ डायग्राम है, ठीक है। आ डायग्राम है, मैं हुणे एंडोप्लाज्मिक रेटिकुलम ते गोल्जाई बॉडी है जेड़ी वो ड्रॉ करती हां। दिस इज न्यूक्लियस ऑफ द सेल, दिस इज एंडोप्लाज्मिक रेटिकुलम, ठीक है। आ मेरे को आ गया इथे गोल्जाई बॉडी प्रेजेंट। इथों दी हुणे एक वेसिकल पिंच ऑफ हुई, अपन ने किया ना पिंचिंग ऑफ तो ही बंद है। ए मेरे कोल पिंच्ड ऑफ वेसिकल है, ठीक है। ਇਹਦੇ ਕੋਲ ਕੀ ਨੇ, एंजाइम्स आर प्रोटीन्स इन नेचर। ਹੁਣ ਤੁਸੀਂ ਤੁਹਾਡੇ ਦਿਮਾਗ 'ਚ ਕੁਐਸਚਨ ਅਰਾਈਜ਼ ਹੋ ਸਕਦਾ ਹੈ ਕਿ ਇਹ ਤਾਂ ਮੋਡੀਫਿਕੇਸ਼ਨ ਆਫ ਪ੍ਰੋਟੀਨਸ ਦੇ ਅੰਦਰ ਹੈਲਪ ਕਰਦੇ, ਤਾਂ ਐਂਜ਼ਾਈਮਸ ਵੀ ਤਾਂ ਪ੍ਰੋਟੀਨਸ ਹੀ ਨੇ ਨਾ, ਉਹਨਾਂ ਨੂੰ ਵੀ ਤਾਂ ਉਵੇਂ ਹੀ ਫਾਰਮ ਕੀਤਾ ਗਿਆ, ਰਾਈਬੋਸੋਮਸ ਨੇ ਹੀ ਬਣਾਇਆ ਸੀਗਾ। ਫਿਰ ਉਹ ਇੱਥੋਂ ਦੀ ਵੈਸਿਕਲ ਗੋਲਜਾਈ ਬੋਡੀ ਦੇ ਅੰਦਰ ਐਂਟਰ ਹੋਈ, ਫਿਰ ਹੁਣ ਉਹ ਵੈਸਿਕਲ ਲਾਈਸੋਸੋਮ ਦੀ ਫਾਰਮ 'ਚ ਬਾਹਰ ਆ ਗਈ, ठीक है जी, क्लियर। ਤਾਂ एंजाइम्स आर प्रोटीन्स इन नेचर, ਤਾਂ प्रोटीन्स ਨੂੰ ਬਣਾਇਆ ਜਾ ਰਿਹਾ ਨਾ ਸੈਲ ਦੇ ਅੰਦਰ, क्लियर। ਤਾਂ ਆਪਣੇ ਕੋਲ ਬੇਟੇ ਆ ਲਾਈਸੋਸੋਮ ਹੈ, ਜਿਹੜਾ ਬਿਲਕੁਲ ਫਰੈਸ਼ ਲਾਈਸੋਸੋਮ ਬਣਿਆ, ਜਿਨੇ ਹਜੇ ਕੁਝ ਵੀ ਨਹੀਂ ਕੀਤਾ, ਹੁਣੇ ਬਣਿਆ ਹੈ, ਉਹਨੂੰ ਮੈਂ ਕੀ ਕਹੂੰਗੀ, ਪ੍ਰਾਇਮਰੀ ਲਾਈਸੋਸੋਮ, ठीक है जी। ਤਾਂ ਪ੍ਰਾਇਮਰੀ ਲਾਈਸੋਸੋਮ ਕੀ ਹੈ ਬੇਟੇ, न्यूली फॉर्म्ड लाइसोसोम जिहदे अंदर सिर्फ ते सिर्फ एंजाइम्स प्रेजेंट ने, पर वो एंजाइम्स प्रोबेबली अपनी इनएक्टिव स्टेट दे अंदर, इनएक्टिव क्यों ने, क्योंकि वो कोई काम ही नहीं कर रहे हैं, उन्हां दे कोल कोई मटीरियल ही नहीं है खाण लई, तां उहनूं आपां कहंदे आ प्राइमरी लाइसोसोम। द न्यूली फॉर्म्ड लाइसोसोम जिहदे अंदर ਜਿਹੜੇ एंजाइम्स ने वो अपनी वर्किंग कंडीशन दे अंदर नहीं है, ਉਹਨੂੰ ਆਪਾਂ ਕਹਿੰਦੇ ਆ प्राइमरी लाइसोसोम। ਹੁਣ ਆ ਜਾਓ ਜੀ ਸੈਕੰਡਰੀ ਲਾਈਸੋਸੋਮ।
हुण इस लाइसोसोम ने कोई मटीरियल देखिया, सपोज कोई लिपिड, कोई अपने कोई फैट या कोई कार्बोहाइड्रेट देखिया जिन्हों इन्हें अपने अंदर समा लिया, इन्हें लग्या भी ये फालतू दा सबसटेंस है, सैल दे अंदर डिस्टर्बेंस क्रिएट कर रहा है, तो ये कोई भी फूड पार्टिकल इहदे नाल मर्ज हो गया, इहदे अंदर चला गया, ठीक है, इस वैक्यूल दे अंदर चला, इस लाइसोसोम दे अंदर चला गया। ਹੁਣ ਇਹਨੂੰ ਆਪਾਂ ਕੀ ਕਵਾਂਗੇ, ਸੈਕੰਡਰੀ ਲਾਈਸੋਸੋਮ। ਜਦੋਂ ਇਹਦੇ ਐਂਜ਼ਾਈਮਸ ਐਕਟਿਵ ਫਾਰਮ ਦੇ ਅੰਦਰ ਆ ਗਏ, when some material to be digested enters in the primary lysosome, later it would be named as secondary lysosome, क्योंकि हुण ओदे एंजाइम्स ने जेड़े उन्होंने काम करना शुरू करता, ठीक है। तो पिनोसाइटोसिस उन्हें कीती, ठीक है, पिनोसाइटोसिस, सेल ड्रिंकिंग या उन्हें फेगोसाइटोसिस कीती, वो समान ओदी बॉडी दे अंदर चला गया। ਆਪਾਂ ਪਹਿਲਾਂ ਪੜਿਆ ਸੀ ਨਾ ਸੈਲ ਡਰਿੰਕਿੰਗ ਐਂਡ ਸੈਲ ਈਟਿੰਗ, ਠੀਕ ਹੈ, ਸੈਲ ਮੈਂਬਰੇਨ ਦਾ ਫੰਕਸ਼ਨ ਚ ਪੜ ਕੇ ਆਏ ਸੀਗੇ। ਤਾਂ ਸੇਮ ਵੇ ਦੇ ਅੰਦਰ ਇੱਥੇ ਉਹ ਮਟੀਰੀਅਲ ਹੈ ਜਿਹੜਾ ਉਹ ਸੈਲ ਦੇ ਅੰਦਰ ਚਲਾ ਗਿਆ। ਲਾਈਕਵਾਈਜ਼ ਆਪਾਂ ਡਾਇਗਰਾਮ ਦੇ ਥਰੂ ਦੇਖਦੇ ਹਾਂ, ਆ ਕੋਈ ਮਟੀਰੀਅਲ ਹੈ, ਆ ਮੇਰਾ ਲਾਈਸੋਸੋਮ ਹੈ, ਇਹਨੇ ਇਸ ਮਟੀਰੀਅਲ ਨੂੰ ਆਪਣੇ ਅੰਦਰ ਐਵੇਂ ਸਮਾ ਲਿਆ। ਦਿਸ ਇਜ਼ ਨਾਓ ਨੋਨ ਐਜ਼, ਜਦੋਂ ਇਹਦੇ ਅੰਦਰ ਚਲਾ ਗਿਆ ਉਹ ਮਟੀਰੀਅਲ, ਇਹ ਮਟੀਰੀਅਲ ਹੈ, ਇਹ ਲਾइसोसोम है, ਤਾਂ ਇਸ ਨੂੰ ਹੁਣ ਆਪਾਂ ਕੀ ਕਵਾਂਗੇ, ਸੈਕੰਡਰੀ ਲਾइसोसोम, ਠੀਕ ਹੈ। ਉਹ ਲਾइसोसोम ਜਿਹਦੇ ਅੰਦਰ ਜੋ ਵੀ ਸਬਸਟੈਂਸ ਟੂ ਬੀ ਡਾਈਜੈਸਟਡ ਹੈ ਉਹਦੇ ਅੰਦਰ ਚਲਾ ਗਿਆ, ਤਾਂ ਨਾਓ ਦੈਟ ਇਜ਼ ਨੋਨ ਐਜ਼ ਦਾ ਸੈਕੰਡਰੀ ਲਾइसोसोम। ਹੁਣ ਉਹਦੇ ਐਂਜ਼ਾਈਮਸ ਨੇ ਉਹਦੇ ਉੱਪਰ ਐਕਟ ਕਰਨਾ ਸਟਾਰਟ ਕਰਤਾ, ਤੇ ਉਹਦੇ ਚੋਂ ਹੁਣ ਇਹਦੇ ਆ ਵਾਲੇ ਇਹਦੇ ਐਂਜ਼ਾਈਮਸ ਨੇ ਇਸ फूड के उपर एक्ट किया। हुण इन्हें की किया जी, जो यूजफुल सबसटेंसेस सीगे वो वापस सेल दे अंदर मेम्ब्रेन दे थ्रू देते, ठीक है। हुण इहदे अंदर अनडाइजेस्टेड मटीरियल्स रह गए, तो जिहदे अंदर अनडाइजेस्टेड या आप वेस्ट मटीरियल्स रह गए, ठीक है। रहना मतलब ਉਹਦੇ अंदर वेस्ट ਤਾਂ प्रेजेंट है, यूजफुल ਉਹਨੇ सेल ਨੂੰ ही देता, ਤਾਂ ਉਹਦੇ अंदर की बच गया, रेसिडुअल बच गया ना। रेसिडुअल मतलब वेस्ट, बचिया होया समान है जिहड़ा ਉਹ प्रेजेंट है। ਤਾਂ ਜਿਹੜੇ ਲਾइसोसोम ਦੇ ਕੋਲ ਬਚਿਆ ਹੋਇਆ ਸਮਾਨ ਹੋਏ ਉਹਨੂੰ ਆਪਾਂ ਕੀ ਕਹਿੰਦੇ ਆ, ਰੈਸੀਡਿਊਅਲ ਬੋਡੀ। ਹੁਣ ਇਹ ਮੈਂਬਰੇਨ ਦੇ ਕੋਲ ਜਾ ਕੇ ਬਰਸਟ ਹੋਣ ਲਈ, ਐਕਸੋਸਾਈਟੋਸਿਸ ਕਰਨ ਲਈ ਤਿਆਰ ਹੈ, ਠੀਕ ਹੈ ਜੀ। ਤਾਂ ਆਪਣੇ ਕੋਲ ਸੈਕੰਡਰੀ ਲਾइसोसोम ਨੇ ਜਦੋਂ ਆਪਣੇ ਇਨਕਮਿੰਗ ਮਟੀਰੀਅਲ ਨੂੰ ਡਾਈਜੈਸਟ ਕਰਤਾ ਤੇ ਉਹਨੇ ਡਾਈਜੈਸਟਿਵ ਮਟੀਰੀਅਲ ਨੂੰ ਸੈਲ ਦੇ ਸਾਈਟੋਪਲਾਜ਼ਮ ਚ ਵਾਪਸ ਪਾਸ ਕਰਤਾ ਤਾਂ ਕਿ ਸੈਲ ਉਹਨੂੰ ਯੂਜ਼ ਕਰ ਲੇ। ਹੁਣ ਉਹਨੇ ਕੀ ਕੀਤਾ, ਹੁਣ ਉਹਦੇ ਅੰਦਰ ਜਿਹੜਾ ਬਚਿਆ ਹੋਇਆ ਸਮਾਨ ਹੈ ਉਹ ਪ੍ਰੈਜ਼ੈਂਟ ਹੈ, ਤਾਂ ਹੁਣ ਉਹਨੂੰ ਆਪਾਂ ਕੀ ਕਵਾਂਗੇ, ਰੈਸੀਡਿਊਅਲ ਬੋਡੀ ਜਾਂ ਉਹਨੂੰ ਟਰਸ਼ਰੀ ਲਾइसोसोम ਵੀ ਕਹਿ ਸਕਦੇ ਆ। ਹੁਣ ਇਹ ਮੈਂਬਰੇਨ ਦੇ ਕੋਲ ਜਾਂਦਾ ਤੇ ਮੈਂਬਰੇਨ ਦੇ ਕੋਲ ਜਾ ਕੇ ਬਰਸਟ ਹੋ ਜਾਂਦਾ, दैट इज द टर्शरी लाइसोसोम। क्लियर है। ਹੁਣ ਆਪਣੇ ਕੋਲੇ ਬੇਟੇ ऑटोफेजिक बॉडीज, ਤਾਂ ਕੁਝ लाइसोसोम्स की करते हैं बेटे, ऑटोफेजी करते हैं। ऑटोफेजी मतलब सेल दा माइटोकॉन्ड्रिया है, ये पुराना हो गया, ये डेड हो चुका है। अगर देखो ਆਪਾਂ एक एग्जाम्पल है, ਆਪਾਂ ਕੋਈ ਵੀ ਡੈਡ ਚੀਜ਼ ਘਰੇ ਨਹੀਂ ਨਾ ਰੱਖਦੇ ਹੈਗੇ। ਆਪਾਂ ਅਗਰ ਸਪੋਜ਼ ਕੋਈ ਕੀੜੀ ਦੀ ਵੀ ਡੈਥ ਹੋ ਜਾਂਦੀ, ਆਪਾਂ ਝਾੜੂ ਦੇ ਥਰੂ ਉਹਨੂੰ ਬਾਹਰ ਕੱਢ ਦਿੰਦੇ ਆ। ਸੇਮ ਹੈ, ਸੈੱਲ ਅਗਰ ਡੈਡ ਸਬਸਟੈਂਸਸ ਨੂੰ ਵਿੱਚ ਰੱਖੂਗਾ ਤਾਂ ਉਹਦੀ ਤਾਂ ਸਪੇਸ ਲਿਵਿੰਗ ਨਾਲ ਨਹੀਂ, ਡੈਡ ਨਾਲ ਹੀ ਆਕੂਪਾਈ ਹੋ ਜਾਊਗੀ ਨਾ। ਤਾਂ ਸੈੱਲ ਵੀ ਚਾਹੁੰਦਾ ਹੈ ਕਿ ਮੇਰੀ ਕਲੀਨਿੰਗ ਹੋਏ, ਤਾਂ ਸੈੱਲ ਦੀ ਕਲੀਨਿੰਗ ਕੌਣ ਕਰ ਰਿਹਾ ਹੈ, ਲਾइसोसोम कर रहे हैं। तो लाइसोसोम सेल दियां ही डेड ऑर्गेनेल्स ਨੂੰ ਖਾ ਜਾਂਦਾ ਹੈ, ठीक है। ਉਹਨਾਂ ਚੋਂ ਜਿਹੜੇ ਯੂਜ਼ਫੁਲ ਸਬਸਟੈਂਸਸ ਨੇ, ਮਾਈਟੋਕੌਂਡਰੀਆ ਦੀ ਮੈਂਬਰੇਨ ਚੋਂ ਫਾਸਫੇਟਸ, ਲਿਪਿਡਸ, ਇਹ ਸਭ ਸੈੱਲ ਨੂੰ ਵਾਪਸ ਦੇ ਦਿੰਦਾ ਹੈ ਤਾਂ ਕਿ ਉਹ ਦੁਬਾਰਾ ਯੂਜ਼ ਕਰ ਲੇ, ਤੇ ਜਿਹੜੇ ਵੇਸਟ ਨੇ ਉਹ ਆਪਣੇ ਅੰਦਰ ਰੱਖ ਕੇ ਉਹ ਫਿਰ ਦੁਬਾਰਾ ਮੈਂਬਰੇਨ ਦੇ ਕੋਲ ਜਾਂਦਾ ਹੈ ਤੇ ਬਰਸਟ ਹੋ ਜਾਂਦਾ ਹੈ। दैट इज such kind of the lysosomes are called as the autophagic lysosomes, ਜੋ ਆਪਣੀਆਂ ਹੀ organelles ਨੂੰ ਖਾਣ ਚ ਸੈੱਲ ਦੀ ਹੈਲਪ ਕਰਨ, ਠੀਕ ਹੈ। ਤਾਂ ਇਹ ਸੈੱਲ may digest its own organelles such as mitochondria, endoplasmic reticulum. This process is called as the autophagy. The primary lysosome fuse together about the damaged or unwanted organelles. ਤਾਂ ਉਸ ਟਾਈਮ ਤੇ ਉਹਨੂੰ ਆਪਾਂ ਕਹਿੰਦੇ ਆ autophagic vacuole और ऑटोलाइसोसोम, ठीक है, ताकि सेल के अंदर मटीरियल्स दी रीसाइकलिंग है जेड़ी ओहो हो सके। क्लियर है बेटे। प्राइमरी जेड़ा नवा बनिया सीगा लाइसोसोम,
ਹੁਣ ਉਸ ਨਵੇਂ ਬਣੇ ਲਾइसोसोम ਦੇ ਅੰਦਰ एंजाइम्स ਕੋਈ ਕੰਮ ਨਹੀਂ ਕਰ ਰਹੇ ਸੀ। ਜਦੋਂ एंजाइम्स ਨੇ ਆਪਣਾ ਕੰਮ ਕਰਨਾ ਸਟਾਰਟ ਕੀਤਾ, ਉਹਦੇ ਅੰਦਰ ਮਟੀਰੀਅਲ ਆਇਆ ਟੂ ਬੀ ਡਾਈਜੈਸਟਡ, ਉਹ ਬਣ ਗਿਆ ਸੈਕੰਡਰੀ ਲਾइसोसोम। ਜਦੋਂ ਉਹਨੇ ਉਸ ਮਟੀਰੀਅਲ ਨੂੰ ਡਾਈਜੈਸਟ ਕਰਕੇ ਯੂਜ਼ਫੁਲ ਸਬਸਟੈਂਸਸ ਵਾਪਸ ਸੈਲ ਦੇ ਸਾਈਟੋਪਲਾਜ਼ਮ ਨੂੰ ਦੇਤੇ ਤਾਂ ਉਹ ਕੀ ਬਣ ਗਿਆ ਟਰਸ਼ਰੀ ਲਾइसोसोम, ਠੀਕ ਹੈ, ਜਾਂ ਰੈਸੀਡਿਊਅਲ ਬॉडी। ਹੁਣ ਉਸ ਤੋਂ ਬਾਅਦ ਇਹ ਤਿੰਨ ਹੋ ਗਏ, ਉਸ ਤੋਂ ਬਾਅਦ ਉਹ ਬਰਸਟ ਹੋ ਗਿਆ। ਹੁਣ ਇੱਕ ਹੋਰ ਆਪਣੇ ਕੋਲ ਸਾਈਟੋਪਲਾਜ਼ਮ, ਮੰਨ ਲਓ ਇਹ ਲਾइसोसोम ਸੀ ਪ੍ਰਾਇਮਰੀ ਵਾਲਾ, अगर ये किसी डेड ऑर्गेनल दे नाल फ्यूज कर गया तो उस डेड ऑर्गेनल चो भी यूजफुल मटीरियल सैल नू वापस दे दूंगा। उन्हां लाइसोसोम्स नू कहंदे हैं ऑटोफेजिक बॉडीज, ठीक है, जो कि ऑटोफेजी दे अंदर सेल्फ लाइसिस दे अंदर सैल दी हेल्प करदे कि मेरे समान चो ही मैनू यूजफुल सबसटेंसेस दे दो, क्योंकि ये तो डेड हो चुके हैं, ठीक है, तो दैट इज ऑटोलाइसिस। तो क्लियर है बेटे, तो ये अपने कोल की ने लाइसोसोम्स ने। लाइसोसोम्स अराइज कित्थों दी हुंदे ने? गोल्जाई कॉम्प्लेक्स तो ही अराइज हुंदे ने, ठीक है। ਇਹਦੇ अंदर की है एंजाइम्स ही प्रेजेंट ने। तो फंक्शन की है ए डाइजेशन ऑफ हार्मफुल मटेरियल, डाइजेशन ऑफ यूजफुल मटेरियल, डाइजेशन ऑफ अनवांटेड मटेरियल्स एंड अपने कोल है रीन्यूअल सैल्स या ऑर्गेनल्स नू खाना ਉਹਦੇ अंदर भी हेल्प करते ने। ਤਾਂ ਇਹ ਸੈੱਲ ਦੇ ਅੰਦਰ ਬਹੁਤ ਸਾਰੇ ਫੰਕਸ਼ਨਸ ਨੇ ਜਿਹੜੇ ਉਹ परफॉर्म करते हैं। इस तो इलावा बेटे ये थायरॉइड ग्लैंड के अंदर थायरोक्सिन हार्मोन दी फॉर्मेशन के अंदर भी हेल्प करते, विच इज वन ऑफ द मोस्ट इंपॉर्टेंट फंक्शंस ऑफ देम। सब तो बड़ा फंक्शन है कि ये सेल्स के अंदर वेस्ट मटीरियल्स नू खांदे। इस तो इलावा ये कुछ होर फंक्शंस भी प्ले करते हैं। तो ਉਹਦੇ अंदर है थायरोक्सिन फॉर्मेशन एज वेल एज सैल के अंदर माइटोसिस। माइटोसिस इस तो अगला चैप्टर पढ़ांगे। कोई भी सैल का डिवाइड होना उन्होंने ਆਪਾਂ माइटोसिस कहते हैं। जो अपनी बॉडी के जनरल सैल्स डिवाइड करते हैं तो वो माइटोसिस है। तो माइटोसिस की प्रोसैस ਨੂੰ शुरू करन ਚ भी सैल की हेल्प करते हैं। इस तो इलावा ये फर्टिलाइजेशन के अंदर भी हेल्प करते, फ्यूजन ऑफ द सैल्स के अंदर भी हेल्प करते हैं लाइसोसोम्स, ठीक है। तो मेजर फंक्शंस करन तो बाद आप नेक्स्ट फंक्शंस करांगे, ठीक है। तो हुण अपने कोल हो गए सारे फंक्शंस ऑफ लाइसोसोम्स। हुण अपने कोल प्लांट लाइसोसोम्स। वैसे तो प्लांट दे कोल एवें दे लाइसोसोम्स नहीं हुंदे जिन्हां दे कोल इन्ने सारे डाइजेस्टिव एंजाइम्स होण, बट प्लांट्स दे कोल कुछ होर स्ट्रक्चर्स हुंदियां ने जिन्हां नूं आपां लाइसोसोम दे इक्विवेलेंट मान लैंदे आ। तां ਉਹ ਲਾइसोसोम्स ही ने फॉर द बॉडी ऑफ द प्लांट। तो जिहदे अंदर अपने कोल की आ गया, तो प्लांट लाइसोसोम्स दे अंदर बेटे बिसाइड्स द डाइजेस्टिव एंजाइम्स ਉਹ कुछ फूड मटीरियल्स ਨੂੰ स्टोर कर ਲੈਂਦੇ ਹੈ। तो ਉਹ ਤਿੰਨ ਤਰ੍ਹਾਂ ਦੇ ਨੇ बेटे, सफीरोसोम, एल्यूरोन ग्रेन्स एंड वैक्यूल्स। तो प्लांट लाइसोसोम्स यूकैरियोटिक plant eukaryotic lysosomes are not equivalent to the animal lysosome, क्योंकि एनिमल लाइसोसोम्स के अंदर तो जनरली एंजाइम्स ही प्रेजेंट होंगे ने, 40 नंबर ऑफ द एंजाइम्स आर देयर। बट प्लांट्स के अंदर लाइसोसोम्स की ने दे आर स्ट्रक्चर्स लाइक लाइसोसोम्स बट देयर फंक्शन इज टू स्टोर समथिंग। वो कुछ मटीरियल्स दी स्टोरेज के अंदर हेल्प करते हैं, ठीक है। तो अपने कोल फर्स्ट इज द सफीरोसोम्स, राउंड बॉडीज ने, सिंगल मेम्ब्रेन है सफीरोसोम्स। सेकंड इज एल्यूरोन, थर्ड इज वैक्यूल्स, ठीक है। तो सफीरोसोम, एल्यूरोन ग्रेन्स हो गए एंड वैक्यूल्स। तो सफीरोसोम्स ने जेडे ये स्फेरिकल बॉडीज ने बेटे जेडे कि लिपिड्स दी स्टोरेज दे अंदर हेल्प करते हैं, विच आर हेल्पिंग इन द स्टोरेज ऑफ द फैट्स, ठीक है, लिपिड्स दी। जिवें कि जेडे भी फैट कंटेनिंग सैल्स हुंदे ने मेज मक्की दे अंदर, तो उन्हां दे अंदर सफीरोसोम्स प्रेजेंट है। एल्यूरोन प्रोटीन्स दी स्टोरेज दे अंदर हेल्प कर रहे हैं, ठीक है। तो जो मेरे को राउंड बॉडीज, स्फेरिकल बॉडीज प्रोटीन्स दी स्टोरेज दे अंदर हेल्प करनगियां तो उन्हां नूं आपां एल्यूरोन ग्रेन्स कह दिंदे आ। वैक्यूल्स सिंगल मेम्ब्रेन है जिहदे अंदर सम अमाउंट ऑफ द हाइड्रोलिटिक एंजाइम्स प्रेजेंट होंगे, बट नॉट लाइक दीज एंजाइम्स, सम अमाउंट ऑफ हाइड्रोलिटिक एंजाइम जो कि प्लांट दी बॉडी लई मैंडेटरी होंगे, ठीक है। तो दीज आर द 3 टाइप्स ऑफ द लाइसोसोम्स प्रेजेंट इन द बॉडी ऑफ द प्लांट्स, ठीक है। तो इन्हां दा ए सिंपल ने स्टोरेज दे अंदर या कुछ मटीरियल्स दी ही डाइजेशन दे अंदर हेल्प करते हैं। दे आर नॉट इक्विवेलेंट टू
यूकैरियोटिक लाइसोसोम्स, ठीक है जी। वी कैन से कि ਉਹਨਾਂ ਦੇ ਅੰਦਰ ਜ਼ਿਆਦਾ ਮੇਜਰ ਫੰਕਸ਼ਨ ਹੁੰਦਾ ਹੈ, ਇਹਨਾਂ ਦੇ ਅੰਦਰ ਜ਼ਿਆਦਾ ਸਟੋਰੇਜ ਵਾਲਾ ਫੰਕਸ਼ਨ ਹੁੰਦਾ ਹੈ, ਠੀਕ ਹੈ। दैट इज द डिफरेंस बिटवीन द टू, ठीक है। तो ये लाइसोसोम्स हो गया। तो लाइसोसोम्स क्लियर है बेटे। लाइसोसोम्स की ने सिंगल मेम्ब्रेन बाउंड स्ट्रक्चर्स ने, सफेरिकल स्ट्रक्चर्स ने, जिन्हां दा एज सच आपां ने कोई डायग्राम है जिहड़ा वो अपने कोल नहीं है, बट इहदा डायग्राम की कहंदा है आपां नूं कि आपां ने एक जीरो बना के ਉਹਦੇ ਅੰਦਰ ਡॉट ਡॉट लगा देना है, ठीक है, ਸੈੱਲ ਦੇ ਅੰਦਰ, ਤੇ ਉਹਨੂੰ ਆਪਾਂ ਲੇਬਲ ਕੀ ਕਰਨਾ ਹੈ, ਲਾਈਸੋਸੋਮ। ਉਹਦੇ ਅੰਦਰ ਕੀ ਹੈ, ਹਾਈਡਰੋਲਿਟਿਕ ਐਂਜ਼ਾਈਮਸ ਨੇ। ਇਹ ਕਿੰਨੇ ਤਰ੍ਹਾਂ ਦੇ ਨੇ, ਇਹ 4 ਤਰ੍ਹਾਂ ਦੇ ਨੇ। ਜਿਹੜਾ ਪਹਿਲੀ ਵਾਰ ਬਣਿਆ, ਜਿਹਨੇ ਹਜੇ ਕੋਈ ਫੰਕਸ਼ਨ ਨਹੀਂ ਪਲੇ ਕੀਤਾ, ਉਹ ਪ੍ਰਾਇਮਰੀ ਹੈ। ਜਿਹਨੇ ਫੰਕਸ਼ਨ ਪਲੇ ਕਰਨਾ ਸਟਾਰਟ ਕਰਤਾ, ਉਹ ਸੈਕੰਡਰੀ ਹੈ। ਜਿਹਨੇ ਫੰਕਸ਼ਨ ਪਲੇ ਕਰਨ ਤੋਂ ਬਾਅਦ ਮਰਨ ਲਈ ਤਿਆਰ ਹੈ, ਮਤਲਬ ਉਹ ਲਾਈਸਿਸ ਲਈ ਤਿਆਰ ਹੈ, ਉਹ ਟਰਸ਼ਰੀ ਜਾਂ ਰੈਸੀਡਿਊਅਲ ਹੈ। ਜੋ ਸੈੱਲ ਦੀਆਂ ਹੀ ਆਰਗੇਨਲਸ ਨੂੰ ਖਾਈ ਜਾ ਰਿਹਾ ਹੈ, ਉਹ ਕੌਣ ਹੈ, ਉਹ ਆਪਣੇ ਕੋਲ ਕੁਆਟਰਨਰੀ, ਕੁਆਟਰਨਰੀ मतलब ऑटोफेजिक लाइसोसोम है, ठीक है जी। तो प्लांट लाइसोसोम्स की ने जो स्टोरेज के अंदर हेल्प कर रहे ने, कितने तरह दे ने, 3 तरह दे ने। जो लिपिड्स की स्टोरेज हेल्प कर रहे ने, वो कौन ने, सफीरोसोम्स ने। जो मेरे को प्रोटीन्स की स्टोरेज हेल्प कर रहे ने, वो कौन ने, वो एल्यूरोन ग्रेन्स ने। जो मेरे को कुछ एंजाइम्स की स्टोरेज हेल्प कर रहे ने, वो कौन ने, वो हाइड्रोलिटिक एंजाइम्स की स्टोरेज हेल्प करते, दे आर द वैक्यूल्स, ठीक है। हुण अपने कोल नेक्स्ट स्ट्रक्चर इज वैक्यूल। वैक्यूल्स की हुंदे ने बेटे। अगर आपां वैक्यूल्स नूं कहिए तां वैक्यूल्स कुछ अगेन जीरो लाइक स्ट्रक्चर्स ही ने, बट जिन्हां दे कोल हाइड्रोलिटिक एंजाइम्स नहीं हुंदे, लाइसोसोम्स दी तरह ही ने, बट दे आर नॉट कंटेनिंग द हाइड्रोलिटिक एंजाइम्स। उन्हां दे कोल कोई भी चीज नू, वाटर नू, सैप नू स्टोर करना ਉਹਦੇ ਚ ਹੈਲਪ ਕਰਦੇ। ਵੈक्यूल ਕੀ ਹੈ, मतलब एक हवा ਦੀ ਭਰੀ ਹੋਈ ਬॉल ਹੀ, बबल लाइक स्ट्रक्चर है। ਲੋੜ ਪਈ ਤਾਂ ਕੋਈ ਚੀਜ਼ ਉਹਦੇ ਅੰਦਰ स्टोर होगी, स्टोर होगी तो सैप वैक्यूल बन गया, फ्लूइड अंदर चला गया, ठीक है। अगर फूड अंदर चला गया तो उन्हें फूड स्टोर कर लिया तो फूड वैक्यूल बन गया। मतलब एक हॉलो स्ट्रक्चर, जिवें एक पानी के ऊपर बबल बनता है ना, उवें दा एक स्ट्रक्चर है। उन्हें जो चीज स्टोर की ओदा ओही नाम बन गया, ठीक है। अगर वो एयर नू ही स्टोर कर रहे हैं तो अपने कोल की है, सैल दी सैल दी आपां कह सकते हैं बायोंसी, सैल दी ऑस्मो रेगुलेशन नू, वाटर नू बाहर कढ़ना, अंदर लेके आना, ओदे अंदर हेल्प कर रहे हैं, ठीक है। तो वैक्यूल्स की ने एक माइन्यूट स्ट्रक्चर है जिहदे बाहर पतली जी मैम्ब्रेन है, ठीक है। ਉਹਨੂੰ ਆਪਾਂ ਕਹਿੰਦੇ ਆ ਟੋਨੋਪਲਾਸਟ। ਪਹਿਲੇ ਮੈਂ ਟੋਨੋਪਲਾਸਟ ਗਲਤੀ ਨਾਲ ਲਾਈਸੋਸੋਮ ਚ ਬੋਲ ਗਈ ਸੀਗੀ, ਤਾਂ ਉਹਨੂੰ ਧਿਆਨ ਰੱਖਣਾ। ਟੋਨੋਪਲਾਸਟ ਕਿੱਥੇ ਪੜਾਂਗੇ, ਵੈक्यूल ਦੇ ਕੇਸ ਦੇ ਅੰਦਰ, ਠੀਕ ਹੈ ਜੀ। ਪਲਾਂਟ ਦੇ ਕੇਸ ਦੇ ਅੰਦਰ ਜਨਰਲੀ ਕੀ ਹੁੰਦਾ ਹੈ, ਛੋਟੇ ਛੋਟੇ ਵੈक्यूल्स ਮਿਲ ਕੇ ਆ ਪਲਾਂਟ ਸੈੱਲ ਹੈ ਸਪੋਜ਼, ਠੀਕ ਹੈ। ਆ ਛੋਟੇ ਛੋਟੇ ਵੈक्यूल्स ਸੀਗੇ ਪਲਾਂਟ ਦੇ ਅੰਦਰ, ਜੋ ਕਿ ਪਲਾਂਟ ਦੇ ਅੰਦਰ ਵੇਰੀਅਸ ਫੰਕਸ਼ਨਸ ਪਲੇ ਕਰ ਰਹੇ ਸੀਗੇ। ਇਹ बने साइटोप्लाज्म ਦੇ ਅੰਦਰ। ਹੁਣ ਇਹ ਆਪਸ ਚ ਫਿਊਜ਼ ਹੋ ਕੇ ਇਹਨਾਂ ਨੇ ਇੱਕ ਬਿਗ ਵੈक्यूल बनाता, ठीक है, ओके। ਇਹਦਾ ਨਿਊਕਲੀਅਸ ਹੈ, ਇਸ ਬਿਗ ਵੈक्यूल ਨੇ ਇਹਦਾ ਨਿਊਕਲੀਅਸ ਇੱਕ ਸਾਈਡ ਤੇ ਪੁਸ਼ ਕਰਤਾ, ਕਲੀਅਰ। ਬਟ ਐਨੀਮਲ ਸੈੱਲ ਦੇ ਅੰਦਰ ਕੀ ਹੁੰਦਾ ਹੈ, ਐਨੀਮਲ ਸੈੱਲ ਦੇ ਅੰਦਰ देयर आर numerous small vacuoles are present in the cytoplasm। ਇਹ ਵੀ डिफरेंस हो गया। ਆਪਾਂ ਨੇ ਕਿਹਾ ਸੀ ਨਾ, ਆਪਾਂ डिफरेंसेस बिटवीन एनिमल सेल एंड प्लांट सेल करांगे। दिस इज वन ऑफ द डिफरेंसेस। एक डिफरेंस ਆਪਾਂ ਨੇ ਪਹਿਲਾਂ ਵੀ ਕੀਤਾ, ਕੀ ਕਿਹਾ ਕਿ ਸੈਲ ਵਾਲ ਹੈ ਜਿਹੜੀ ਉਹ ਕਿੱਥੇ ਪ੍ਰੈਜ਼ੈਂਟ ਹੈ, ਪਲਾਂਟ ਸੈਲ ਦੇ ਅੰਦਰ ਪ੍ਰੈਜ਼ੈਂਟ ਹੈ। ਹੁਣ ਆਪਾਂ ਨੇ ਕੀ ਕਿਹਾ ਕਿ ਜਿਹੜੇ ਵੈक्यूल्स ਨੇ ਉਹ ਪਲਾਂਟ ਸੈਲ ਦੇ ਅੰਦਰ ਮਰਜ ਹੋ ਕੇ ਇੱਕ ਬਿਗ ਸੈਂਟਰਲ ਵੈक्यूल ਬਣਾ ਦਿੰਦੇ, ਜੋ ਕਿ ਇਹਦੇ ਨਿਊਕਲੀਅਸ ਨੂੰ ਪੈਰੀਫਰੀ ਦੀ ਵੱਲ ਪੁਸ਼ ਕਰ ਦਿੰਦੇ। ਪੈਰੀਫਰੀ मतलब आउटर वॉल तक, ठीक है, आउटर मेम्ब्रेन तक। ਹੁਣ ਇਹਦੇ ਐਨੀਮਲ ਸੈਲ ਦੇ ਅੰਦਰ ਕੰਟਰਾਸਟਿੰਗ ਕੀ ਹੈ, ਛੋਟੇ ਛੋਟੇ ਜ਼ੀਰੋ ਲਾਈਕ ਸਫੈਰਿਕਲ ਸਟਰਕਚਰਸ ਨੇ, ਜਿਹਨੂੰ ਜੋ ਕਿ ਬਹੁਤ ਸਾਰੇ ਫੰਕਸ਼ਨਸ ਪਲੇ ਕਰਦੇ ਨੇ, ਤਾਂ ਉਹਨੂੰ ਆਪਾਂ ਕੀ ਕਹਿੰਦੇ ਆ, ਵੈक्यूल्स ਕਹਿ ਦਿੰਦੇ ਆ, ਠੀਕ ਹੈ। ਨੋਟ ਅ ਬਿਗ ਵੈक्यूल ਇਜ਼ देयर। ਤਾਂ ਇਹ ਬਹੁਤ ਸਾਰੀਆਂ ਚੀਜ਼ਾਂ ਦੀ ਸਟੋਰੇਜ ਦੇ ਅੰਦਰ, ਪੀਐਚ ਨੂੰ ਮੇਨਟੇਨ ਕਰਨਾ, ਸਾਈਟੋਪਲਾਜ਼ਮ ਦੇ ਅੰਦਰ ਸਫੈਰਿਕਲ ਸਟਰਕਚਰ, ਬਬਲ ਲਾਈਕ ਸਟਰਕਚਰਸ ਦਾ ਪ੍ਰੈਜ਼ੈਂਟ ਹੋਣਾ, ਜੋ ਕਿ ਆਪਣੇ ਅੰਦਰ ਗੈਸਸ, ਪਿਗਮੈਂਟਸ ਨੂੰ ਸਟੋਰ ਕਰ ਲੈਂਦੀਆਂ ਨੇ, ਤਾਂ ਉਹਨਾਂ ਨੂੰ ਆਪਾਂ ਕਹਿੰਦੇ ਆ ਵੈक्यूल्स, ठीक है। ਤਾਂ ਕਲੀਅਰ ਹੈ, ਵੈक्यूल्स ਛੋਟੀ ਜਿਹੀ ਸਟਰਕਚਰ ਹੈ ਜਿਹਦੇ ਬਾਹਰ ਬਬਲ ਹੈ। ਆਪਾਂ ਦੇਖਦੇ ਨਾ ਛੋਟੇ ਬੱਚੇ
डिटर्जेंट दे बबल्स क्रिएट करते, एक बड़ी पतली जी मैम्ब्रेन हुंदी है ना उन्हां दी। तो वैक्यूल्स उवें दी ही स्ट्रक्चर है सैल दे अंदर। ਜਿਹੜੀ भी चीज ਉਹਨੇ स्टोर की, फूड स्टोर किया तो फूड वैक्यूल बन गया, एयर स्टोर की तो एयर वैक्यूल बन गया, ठीक है। कोई पिगमेंट स्टोर कर रहे हैं तो ਉਹਦੇ अकॉर्डिंग ਆਪਾਂ ਉਹਦਾ नाम रख देने। तो दे कैन स्टोर द सबस्टेंसेस, ठीक है। तो कोई खास डेफिनेशन नहीं हैगी, बट ਇਹਦੇ फंक्शंस खास ने। अपने को टाइप्स ऑफ वैक्यूल्स केड़े हो गए बेटे? सैप वैक्यूल फर्स्ट। अगर कोई फ्लूइड स्टोर कर रहा है कोई वैक्यूल तो उन्होंने मैं की कहूंगी सैप वैक्यूल, ठीक है। फिर फूड वैक्यूल, अगर किसी वैक्यूल के अंदर फूड स्टोर्ड है तो की बन गया? फूड वैक्यूल। अगर किसी वैक्यूल के अंदर गैसेस स्टोर्ड ने तो की बन गया? गैस वैक्यूल। हुन नेक्स्ट है कॉन्ट्रैक्टाइल वैक्यूल। कॉन्ट्रैक्टाइल वैक्यूल की है कुछ ऑर्गेनिज्म दी बॉडी दे अंदर ਜਿਹੜੇ ਵੈक्यूल्स ਹੁੰਦੇ ਨੇ ਨਾ, ਉਹ ਕੀ ਕਰਦੇ ਨੇ? ਵੈक्यूल्स ਵਾਟਰ ਦੇ ਔਸਮੋਟਿਕ ਇਨਫਲੋ ਨੂੰ ਕੰਟਰੋਲ ਕਰਦੇ ਹੈ, ਠੀਕ ਹੈ। ਯਾਨੀ ਕਿ ਪਾਣੀ ਹੈ ਜਿਹੜਾ ਉਹ ਅੰਦਰ ਆਉਂਦਾ ਹੈ ਵੈक्यूल ਦੇ ਤੇ ਉਹ ਮੈਂਬ੍ਰੇਨ ਦੇ ਕੋਲ ਜਾ ਕੇ ਬਰਸਟ ਕਰ ਜਾਂਦਾ। ਮਤਲਬ ਆਰਗੇਨਿਜ਼ਮ ਦੀ ਬੋਡੀ ਦੇ ਅੰਦਰ ਦਾ এনवायरमेंट ਹੈ ਜਿਹੜਾ ਉਹਨੂੰ ਮੇਨਟੇਨ ਕਰਕੇ ਰੱਖਣ ਚ ਵੀ हेल्प करते हैं, ठीक है। दैट इज द कॉन्ट्रैक्टाइल वैक्यूल, ठीक है। आप एक हाइपोटोनिक सोल्यूशन पढ़िया सीगा, ता हाइपोटोनिक सोल्यूशन दे अंदर आपने क्या सीगा ना कि सेल दे अंदर जिहड़ा है बाहर की है अपने कोल सोल्यूशन प्रेजेंट है, अंदर जिहड़ा है सॉल्ट ज्यादा है हाइपोटोनिक सोल्यूशन। ता ਉਹਦੇ कॉन्ट्रैक्टाइल वैक्यूल दे अंदर वैक्यूल बनया, उस वैक्यूल दे अंदर एक्स्ट्रा अमाउंट ऑफ जो वाटर है वो चला गया, ठीक है। तो वो मैंब्रेन दे कोल जाके बर्स्ट हो जाता है, दैट इज द कॉन्ट्रैक्टाइल वैक्यूल। कुछ लोअर ऑर्गेनिज्म दे अंदर उन्हां दी बॉडी दे अंदर वाटर दे लेवल नू मैनेज करन लई ਇਹ ਵੈक्यूल्स प्रेजेंट ਹੁੰਦੇ ਕਿ ਉਹ फालतू ਦਾ ਸਮਾਨ ਆਪਣੇ ਅੰਦਰ ਸਮਾ ਲੈਂਦੇ ਆ, ਫਿਰ ਉਹ ਮੈਂਬ੍ਰੇਨ ਦੇ ਕੋਲ ਜਾ ਕੇ ਬਰਸਟ ਹੋ ਜਾਂਦੇ ਆ। ਦੇ ਆਰ कॉन्ट्रैक्टाइल वैक्यूल। ਤਾਂ ਸੈਪ ਵੈक्यूल ਜੋ ਕਿ ਸੈਪ यानी कि फ्लूइड ਨੂੰ स्टोर करते हैं। कॉन्ट्रैक्टाइल वैक्यूल्स की ने कुछ फ्रेश प्रोटोजोआन्स दे अंदर, फ्रेश वाटर प्रोटोजोआन्स दे अंदर कॉन्ट्रैक्टाइल वैक्यूल्स प्रेजेंट ਹੁੰਦੇ ਨੇ। ਇਹ ਕੀ ਕਰਦੇ ਨੇ? ਉਹਨਾਂ ਦੇ ਸਾਈਟੋਪਲਾਜ਼ਮ ਚੋਂ ਐਕਸੈਸ ਵਾਟਰ ਨੂੰ ਲੈ ਲੈਂਦੇ ਨੇ, ਫਿਰ ਇਹ ਵਾਟਰ ਨੂੰ ਲੈ ਕੇ ਉਹਨਾਂ ਦੀ ਮੈਂਬ੍ਰੇਨ ਦੇ ਕੋਲ ਜਾ ਕੇ ਡਿਸਚਾਰਜ ਕਰ ਜਾਂਦੇ ਆ, ਠੀਕ ਹੈ। ਯਾਨੀ ਕਿ ਫालतू ਦਾ ਵਾਟਰ ਲਿਆ, ਉਹਨੂੰ ਮੈਂਬ੍ਰੇਨ ਦੇ ਕੋਲ ਜਾ ਕੇ ਡਿਸਚਾਰਜ ਕਰਤਾ, ਤਾਂ ਉਹਨਾਂ ਦੀ ਬੋਡੀ ਦੇ ਅੰਦਰ ਜਿਹੜੀ ਕਨਸੈਂਟ੍ਰੇਸ਼ਨ ਹੈ ਉਹਨੂੰ ਮੇਨਟੇਨ ਕਰਨ 'ਚ ਹੈਲਪ ਕਰਦੇ ਨੇ। ਤਾਂ ਯਾਨੀ ਕਿ ਵਾਟਰ ਦੀ ਐਂਟਰੀ ਤੇ ਲੀਵਿੰਗ ਨੂੰ ਮੇਨਟੇਨ ਕਰਦੇ ਨੇ। फूड वैक्यूल जो कि कुछ स्पॉन्जेस दे अंदर है, फूड दी स्टोरेज दे अंदर हेल्प करते हैं। गैस वैक्यूल्स जो कि गैसेस दी स्टोरेज दे अंदर हेल्प करना, सेल नू एक बायोंसी देना, सेल नू एक मैकेनिकल सपोर्ट देना, ठीक है। दैट इज डन बाय द हेल्प ऑफ द गैस वैक्यूल्स, ठीक है। हुण अपने कोल इन्हां दे फंक्शंस की ने, ਤਾਂ ਇਹ ਸੈਲ ਦੇ ਅੰਦਰ ਮੇਜਰ ਫੰਕਸ਼ਨਸ ਵੀ ਪਲੇ ਕਰਦੇ, ਯਾਨੀ ਕਿ ਵਾਟਰ ਦੀ ਐਬਜ਼ੌਰਪਸ਼ਨ ਦੇ ਅੰਦਰ, ਵਾਟਰ ਪਿਗਮੈਂਟਸ ਦੀ ਜਿਹੜੀ ਸਟੋਰੇਜ ਹੈ ਉਹਦੇ ਅੰਦਰ, ਠੀਕ ਹੈ। ਕਈ ਵਾਰੀ ਇਹਨਾਂ ਦੇ ਕੋਲ ਐਂਜ਼ਾਈਮਸ ਵੀ ਪ੍ਰੈਜ਼ੈਂਟ ਹੁੰਦੇ ਨੇ, ਤਾਂ ਇਹ ਐਜ਼ ਅ ਲਾਈਸੋਸੋਮ ਵੀ ਐਕਟ ਕਰਨ ਲੱਗ ਜਾਂਦੇ ਹੈ। फूड रिजर्व्स ਨੂੰ स्टोर ਕਰਨ 'ਚ ਹੈਲਪ ਕਰਦੇ ਨੇ। ਸੈਲ ਦਾ ਟਰਗਰ ਪ੍ਰੈਸ਼ਰ, ਸੈਲ ਦੇ ਅੰਦਰ ਜੋ ਪ੍ਰੈਸ਼ਰ ਹੈ ਉਹਨੂੰ ਮੇਨਟੇਨ ਕਰਨ ਦੇ ਅੰਦਰ ਇਹ ਹੈਲਪ ਕਰਦੇ ਨੇ, ਠੀਕ ਹੈ। ਛੋਟੀਆਂ ਛੋਟੀਆਂ ਸਟਰਕਚਰਸ ਨੇ ਜੋ ਕਿ ਸੈਲਸ ਨੂੰ ਬਹੁਤ ਹੈਲਪਿੰਗ ਨੇ ਸਟੋਰੇਜ ਆਫ ਦਾ ਫੂਡ ਦੇ ਅੰਦਰ, ਸਟੋਰੇਜ ਆਫ ਦਾ ਗੈसेस ਦੇ ਅੰਦਰ, ਸਟੋਰੇਜ ਆਫ ਸਮ ਪਿਗਮੈਂਟਸ ਦੇ ਅੰਦਰ ਕਿ ਕੁਝ ਐਡੀਸ਼ਨਲ ਪਿਗਮੈਂਟਸ ਨੇ ਉਹ ਸੈਲ ਨੇ ਵੈक्यूल ਦੀ ਫਾਰਮ ਦੇ ਅੰਦਰ ਸਟੋਰ ਕਰ ਲਿਆ, ਠੀਕ ਹੈ ਜੀ। ਤਾਂ दैट इज द फंक्शन played by the vacuoles in the we can say eukaryotic cells, clear है। that is we have done with the endomembrane system। अपना endomembrane system के अंदर complete हो गया बेटे। we are done with the endoplasmic reticulum, we are done with the Golgi body, we are done with the lysosomes and we are done with the vacuoles, ठीक है। अगर किसी भी बच्चे का कोई भी डाउट है टिल ਤਾਂ ਤੁਸੀਂ ਬੇਟੇ ਮੈਨੂੰ ਪੁੱਛ ਸਕਦੇ ਹੋ। ਬਾਕੀ ਆਪਾਂ ਇੱਕ ਡਾਊਟ ਸੈਸ਼ਨ ਰੱਖਾਂਗੇ, ਫਿਰ ਮੈਂ ਤੁਹਾਨੂੰ ਇੱਕ ਅੱਧੇ ਦਿਨ ਚ ਟੈਸਟ ਵੀ ਦੱਸਦੀ ਆ ਤੇ ਤੁਸੀਂ ਆਪਣੇ ਡਾਊਟ ਕਲਾਸ ਦੇ ਅੰਦਰ ਸਾਰੇ ਡਾਊਟਸ ਕਲੀਅਰ ਕਰ ਲਿਓ, ਠੀਕ ਹੈ। ਥੈਂਕ ਯੂ।